ਘਰ ਅੰਮ੍ਰਿਤ ਘਟ ਮਾਹੀ ਜੀਓ ਰਹਾਉ। ਅਵਗੁਣ ਛੋੜ ਗੁਣਾ ਕਉ ਧਾਵਹੁ, ਕਰ ਅਵਗੁਣ ਪਛਤਾਹੀ ਜੀਓ। ਸਰ ਅਪਸਰ ਕੀ ਸਾਰ ਨ ਜਾਣ ਹੈ, ਫਿਰ ਫਿਰ ਕੀਚ ਬੁਢਾਹੀ ਜੀਓ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਓ। ਨਿਰਮਲ ਨਾਮ ਜਪਹੁ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸਚ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖਹੁ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸਚ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖਹੁ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਏ ਹੋ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ। ਸੰਪੂਰਨ ਰੈਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੋਲ੍ਹਿਆ, ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ। ਅੱਜ ਮਹਾਰਾਜ ਨੇ ਸਾਨੂੰ ਕਿਹਾ ਕਿ ਸੰਸਾਰ ਵਿੱਚ ਅੱਜ ਦੁੱਖ ਸਾਡੇ ਕੋਲ ਨੇ, ਕਿਉਂ ਲੱਗਦੇ ਨੇ? ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ। ਆਖਰ ਕਿਤੇ ਨਾ ਕਿਤੇ ਤਾਂ ਕੋਈ ਕਮੀ ਰਹਿ ਗਈ ਨਾ, ਤਾਂ ਹੀ ਦੁੱਖ ਹੈ। ਕਿਉਂਕਿ ਇਹ ਤਾਂ ਹੈ ਨਹੀਂ ਕਿ ਬਿਨਾਂ ਕਿਸੇ ਕਮੀ ਤੋਂ ਕਿਸ ਨੂੰ ਦੁੱਖ ਮਿਲ ਜਾਏ, ਐਸਾ ਨਹੀਂ ਹੈ। ਅਸੀਂ ਬੇਸ਼ੱਕ ਲੱਖ ਵਾਰ ਕੁਦਰਤ ਨੂੰ ਜਾਂ ਹੋਰ ਹਾਲਾਤਾਂ ਨੂੰ ਦੋਸ਼ ਦਿੰਦੇ ਹਾਂ, ਪਰ ਉਹਦੇ 'ਚ ਜਦੋਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਕੋਲ ਆ ਕੇ ਬੈਠੀ ਦੇ ਤੇ ਮਹਾਰਾਜ ਕਹਿੰਦੇ ਕਿ ਨਾ ਭਾਈ, ਕਿਸੇ ਨੂੰ ਦੋਸ਼ ਨਹੀਂ ਦੇਈਦਾ, ਦੋਸ਼ ਕਰਮਾਂ ਆਪਣਿਆਂ। ਤੇ ਕਰਮ ਕੌਣ ਕਰਦਾ ਹੈ? ਆਪ ਕੀ ਰਿਜਿਆ।
ਕਰਮ ਤਾਂ ਅਸੀਂ ਆਪ ਕਰਦੇ ਹਾਂ। ਫਰਕ ਇਹ ਹੈ ਕਿ ਬਹੁਤੀ ਵਾਰ ਕਰਮ ਸਾਡੇ ਵਿਅਕਤੀਗਤ ਹੁੰਦੇ ਨੇ, ਕਈ ਵਾਰ ਕਰਮ ਸਾਡੇ ਪਰਿਵਾਰਕ ਹੁੰਦੇ ਨੇ, ਅਤੇ ਬਹੁਤੀ ਵਾਰ ਸਾਮੂਹਿਕ ਵੀ ਹੋ ਜਾਂਦੇ ਨੇ। ਅਸੀਂ ਕਈ ਵਾਰ ਸਮੂਹ ਦੇ ਵਿੱਚ ਕਰਮ ਕਰਦੇ ਹਾਂ ਅਤੇ ਫਿਰ ਸਮੂਹ ਦੇ ਵਿੱਚ ਹੀ ਭੁਗਤਦੇ ਹਾਂ। ਅੱਜ ਕੱਲ੍ਹ ਸ਼ਬਦਿਕ ਮੌਬ ਅਕਸਰ ਗਾਹੇ ਬਗਾਹੇ ਭੀੜਾਂ ਦੇ ਸਦਕੇ ਵੱਡੇ ਵੱਡੇ ਨੁਕਸਾਨ ਕੀਤੇ ਜਾਂਦੇ। ਅੱਜ ਕੱਲ੍ਹ ਅੰਗਰੇਜ਼ੀ 'ਚ ਅਸੀਂ ਸ਼ਬਦ ਅਖਬਾਰ ਮੌਬ ਲਿੰਚਿੰਗ ਪੜ੍ਹਦੇ ਹਾਂ। ਹੁਣ ਜਦੋਂ ਇਹੋ ਜਿਹੀ ਮੌਬ ਲਿੰਚਿੰਗ ਹੁੰਦੀ ਹੈ, ਭੀੜ ਕਿਸੇ ਨੂੰ ਮਾਰਦੀ ਹੈ, ਮਾਰਨ ਵਾਲੇ ਤਾਂ ਅੱਗੇ ਦੋ ਚਾਰ ਹੀ ਹੁੰਦੇ ਨੇ, ਬਸ ਉਸ ਭੀੜ ਵਿੱਚ ਖਲੋਤੇ ਤੇ ਸੈਂਕੜੇ ਹੁੰਦੇ ਨੇ, ਅਤੇ ਜਦੋਂ ਉਸਦਾ ਖਮਿਆਜਾ ਭੁਗਤਣਾ ਪੈਂਦਾ ਸਾਰਿਆਂ ਨੂੰ ਭੁਗਤਣਾ ਪੈਂਦਾ। ਅਤੇ ਕਹਿੰਦੇ ਅਸੀਂ ਥੋੜ੍ਹਾ ਕੁਝ ਕੀਤਾ ਸੀ, ਭੁੱਲ ਚੁੱਕਾ ਹੁੰਦਾ ਮਨੁੱਖ। ਇਸੇ ਤਰ੍ਹਾਂ ਜੇ ਮਨੁੱਖਾਂ ਦੀ ਭੀੜ ਇਕੱਠੀ ਹੋ ਕੇ ਇੱਕ ਬੰਦੇ ਨੂੰ ਮਾਰ ਦਿੰਦੀ ਹੈ, ਇੱਕ ਘਰ ਨੂੰ ਉਜਾੜ ਦਿੰਦੀ ਹੈ, ਅਤੇ ਚੇਤਨਾ ਕੁਦਰਤ ਦਾ ਫਿਰ ਇੱਕ ਕਲਾ ਪੂਰੀ ਭੀੜ ਨੂੰ ਤਬਾਹ ਕਰਕੇ ਰੱਖ ਦਿੰਦੀ ਹੈ। ਕੁਦਰਤ ਦੀ ਇੱਕ ਛੋਟੀ ਜਿਹੀ ਕਲਾ ਸਾਰਾ ਸ਼ਹਿਰ ਤਬਾਹ ਕਰਕੇ ਰੱਖ ਦਿੰਦੀ ਹੈ। ਪਰ ਇਹ ਚੱਲਦਾ ਹੈ, ਕੁਦਰਤ ਦੇ ਅਟਲ ਨਿਯਮ ਬੜੇ ਬਾਰੀਕ ਨੇ, ਔਰ ਉਹਨਾਂ ਬਾਰੀਕ ਨਿਯਮਾਂ ਨੂੰ ਵਿਆਖਿਆ ਕਰਨੀ ਬੜੀ ਮੁਸ਼ਕਲ ਹੈ। ਸਮਝ ਕਦੇ ਕਦੇ ਆ ਜਾਂਦੀ ਹੈ, ਪਰ ਉਹਨੂੰ ਕਹਿਣਾ ਬੜਾ ਮੁਸ਼ਕਲ। ਹੁਕਮ ਨਾ ਕਹਿਆ ਜਾਏ, ਮਹਾਰਾਜ ਨੇ ਆਪ ਦੱਸਿਆ ਨਾ, ਨਾਨਕ ਹੁਕਮੈ ਜੇ ਬੁਝੈ। ਹੁਕਮ ਦੀ ਸਮਝ ਆ ਸਕਦੀ ਹੈ, ਪਰ ਵਿਆਖਿਆ ਨਹੀਂ ਹੋ ਸਕਦੀ, ਕਿਉਂਕਿ ਜਦੋਂ ਹੁਕਮ ਦੀ ਵਿਆਖਿਆ ਕਰਾਂਗੇ ਸਾਹਮਣੇ ਵਾਲੇ ਦਾ ਪਤਾ ਨਹੀਂ ਲੈਵਲ ਕੀ ਹੋਣਾ, ਕੀ ਮੰਨਦਾ ਕੀ ਨਹੀਂ ਕਰਦਾ। ਇਸ ਕਰਕੇ ਨਾ ਭਾਈ, ਹੁਕਮ ਸਮਝ ਕੇ ਜੀਵੇ ਜਾਂਦੇ ਨੇ, ਹੁਕਮ ਮੰਨੇ ਜਾਂਦੇ ਨੇ। ਯਤਨ ਕਰੀਏ ਅਸੀਂ ਮੰਨ ਸਕੀਏ। ਅਤੇ ਗੁਰੂ ਪਾਤਸ਼ਾਹ ਸਾਹਿਬ ਜੀ ਨੇ ਜੋ ਸਾਨੂੰ ਲੜਿਤ ਸ਼ਬਦ ਦਿੱਤਾ ਹੋਇਆ, ਅਸੀਂ ਉਹਦੀ ਕੱਲ੍ਹ ਵੀ ਵਿਚਾਰ ਕਰ ਰਹੇ ਸਾਂ, ਅੱਜ ਵੀ ਸਾਨੂੰ ਉਹੀ ਸ਼ਬਦ ਪ੍ਰਾਪਤ ਹੈ ਕਿ ਇਹ ਜੋ ਸਾਨੂੰ ਜੀਵਨ ਮਿਲਿਆ ਹੈ, ਆਖਰ ਕੋਈ ਦਾ ਕੋਈ ਮਕਸਦ ਹੈ, ਅਤੇ ਆਪਾਂ ਇਸ ਨੂੰ ਯਤਨ ਕਰੀਏ, ਆਪਣੇ ਮਕਸਦ ਨੂੰ ਪੂਰਾ ਕਰੀਏ। ਅਤੇ ਜਦੋਂ ਅਸੀਂ ਆਪਣੇ ਮਕਸਦ ਲਈ, ਆਪਣੇ ਕਰਤੱਵ ਲਈ, ਆਪਣੇ ਟਾਰਗੇਟ ਲਈ ਤੁਰ ਪੈਂਦੇ ਹਾਂ, ਫਿਰ ਹੌਲੀ ਹੌਲੀ ਅਚੀਵਮੈਂਟ ਵੀ ਹੋਣ ਲੱਗ ਪੈਂਦੀ ਆ। ਐਸਾ ਤਾਂ ਹੈ ਹੀ ਨਹੀਂ ਕਿ ਕੋਈ ਵਿਅਕਤੀ ਕਰਮ ਕਰੇਗਾ, ਕੰਮ ਕਰੇਗਾ ਅਤੇ ਕੁਛ ਨਹੀਂ ਮਿਲੇਗਾ। ਬਸ ਇਹ ਫਰਕ ਪੈਂਦਾ, ਕੋਈ ਬਹੁਤਾ ਲੈ ਲੇਗਾ, ਕੋਈ ਥੋੜ੍ਹਾ ਲੈ ਲੇਗਾ। ਕਿਸੇ ਨੂੰ ਬਹੁਤਾ ਹੋ ਗਿਆ, ਕਿਸੇ ਨੂੰ ਥੋੜ੍ਹਾ ਹੋ ਗਿਆ। ਇਸੇ ਤਰ੍ਹਾਂ ਜੀਵਨ ਦੇ ਵਿੱਚ ਆਪਾਂ ਜੋ ਸਾਡਾ ਸਾਰਿਆਂ ਦਾ ਸਾਂਝਾ, ਅਤੇ ਸਾਂਝਾ ਹੋ ਕੇ ਫਿਰ ਇਕੱਲਿਆਂ ਦਾ ਇੱਕ ਟਾਰਗੇਟ ਹੈ, ਅਸਾਂ ਉਸ ਸੱਤ ਨੂੰ ਪ੍ਰਾਪਤ ਕਰਨਾ। ਜੇ ਸਰਲਤਾ ਨਾ ਕਹਿ ਸਕੇ ਕਿਵ ਸਚਿਆਰਾ ਹੋਈ ਹੈ, ਅਸਾਂ ਸਚਿਆਰ ਹੋਣਾ ਹੈ। ਅਤੇ ਸਚਿਆਰ ਹੋਣ ਵਾਸਤੇ ਜੋ ਜੁਗਤ ਦਿੱਤੀ ਗਈ ਉਹ ਸੱਚ ਹੈ, ਕਿਉਂਕਿ ਸਚਿਆਰ ਹੋਣ ਵਾਸਤੇ ਸੱਚ ਚਾਹੀਦਾ ਹੈ। ਜਿਵੇਂ ਅਸੀਂ ਕਹੀਏ ਕਿ ਅਸੀਂ ਅਮੀਰ ਹੋਣਾ ਚਾਹੁੰਦੇ ਹਾਂ, ਸਾਡੇ 'ਚੋਂ ਹਰ ਬੰਦਾ ਅਮੀਰ ਹੋਣਾ ਚਾਹੁੰਦਾ ਹੈ, ਅਤੇ ਅਮੀਰ ਹੋਣ ਵਾਸਤੇ ਕੀ ਚਾਹੀਦਾ ਭਾਈ? ਧਨ ਚਾਹੀਦਾ। ਹੋਰ ਅਮੀਰ ਹੋਣ ਵਾਸਤੇ ਹੋਰ ਕਿਸੇ ਚੀਜ਼ ਦੀ ਜ਼ਰੂਰਤ ਥੋੜ੍ਹਾ ਹੈ। ਤੁਸੀਂ ਬਹੁਤ ਵਿਦਵਾਨ ਜੇ, ਪਰ ਜੇ ਤੁਹਾਡੇ ਕੋਲ ਧਨ ਨਹੀਂ ਗਾ ਤਾਂ ਤੁਸੀਂ ਅਮੀਰ ਥੋੜ੍ਹਾ ਜੇ। ਬਹੁਤ ਤੁਹਾਡੇ ਕੋਲ ਸਕਿੱਲ ਨੇ, ਵਿਦਿਆਵਾਂ ਨੇ, ਹੁਨਰ ਹੈ, ਪਰ ਧਨ ਨਹੀਂ ਗਾ ਤਾਂ ਤੁਸੀਂ ਅਮੀਰ ਖਾਤੇ 'ਚ ਨਹੀਂ ਪੈਂਦੇ। ਤੁਹਾਡੇ ਪੱਲੇ, ਕਿਸੇ ਸਾਡੇ ਮਨੁੱਖ ਦੇ ਪੱਲੇ ਕੋਈ ਵਿਦਿਆ ਨਹੀਂ, ਕੋਈ ਗੁਣ ਨਹੀਂ, ਕੋਈ ਕਲਾ ਨਹੀਂ, ਪਰ ਧਨ ਬਹੁਤ ਹੈ। ਅਸੀਂ ਕੀ ਕਹਿੰਦੇ, ਫਲਾਣਾ ਬੰਦਾ ਬੜਾ ਅਮੀਰ ਹੈ, ਪਰ ਵਿਦਿਆ ਨਾਮ ਦੀ ਚੀਜ਼, ਕਿਸੇ ਸਕਿੱਲ ਦੀ, ਕੋਈ ਹੁਨਰ ਉਹਦੇ ਕੋਲ ਨਾ ਹੋਵੇ। ਇਸੇ ਤਰ੍ਹਾਂ ਜੇ ਸੰਸਾਰ ਦੇ ਵਿੱਚ ਧਨ ਚੱਲਦਾ ਹੈ ਨਾ, ਅਤੇ ਪਰਮਾਰਥ ਵਿੱਚ ਸੱਚ ਚੱਲਦਾ ਹੈ। ਦੋਨਾਂ ਦੀ ਆਪਣੇ ਆਪਣੇ ਥਾਵਾਂ 'ਤੇ ਅਲੱਗ ਅਲੱਗ। ਇਸੇ ਕਰਕੇ ਅੱਜ ਜਦੋਂ ਆਪਾਂ ਪਾਠ ਕਰਦੇ ਹਾਂ ਧਨਾਸਰੀ ਰਾਗ ਦਾ, ਉੱਥੇ ਸਾਚਾ ਧਨ ਅਤੇ ਕਾਚਾ ਧਨ ਮਹਾਰਾਜ ਨੇ ਜ਼ਿਕਰ ਕੀਤੇ ਨੇ। ਕਾਚਾ ਧਨ ਕਹੀਏ ਸੰਸਾਰ ਦਾ ਜੋ ਸੀ ਸੰਪत्ति, ਪ੍ਰਾਪਰਟੀ ਕਹਿ ਲਗੇ, ਵੈਲਥ ਕਹਿੰਦੇ ਆ, ਇਹਨੂੰ ਇਕੱਠਾ ਕਰਦੇ ਕਾਚਾ ਹੈ, ਕਿਉਂ? ਇਸੇ ਕਰਕੇ ਕਿ ਨਿਭਣਾ ਨਹੀਂ। ਅਤੇ ਸਾਚਾ ਧਨ ਹੈ ਜਿਹੜਾ ਨਿਭਦਾ ਹੈ, ਇੱਥੇ ਉੱਥੇ ਹਰ ਥਾਂ 'ਤੇ, ਇਹ ਹਰ ਥਾਂ 'ਤੇ ਨਾਲ ਚੱਲਦਾ ਹੈ। ਅਤੇ ਇੱਥੇ ਬੈਠ ਕੇ ਅਸੀਂ ਉਸ ਸਾਚੇ ਧਨ ਦੇ ਬਾਰੇ ਚਰਚਾ ਵੀ ਕਰਦੇ ਹਾਂ। ਸਾਚਾ ਧਨ ਕਿਵੇਂ ਕਮਾਇਆ ਜਾ ਸਕਦਾ ਇਹਦੀ ਵੀ ਚਰਚਾ ਕਰਦੇ ਹਾਂ, ਅਤੇ ਸਾਚਾ ਧਨ ਸੰਚਨ ਕਰਨ ਦਾ ਯਤਨ ਵੀ ਕਰਦੇ ਹਾਂ। ਜਿਵੇਂ ਬਾਜ਼ਾਰਾਂ 'ਚ ਬੈਠੇ ਲੋਕ ਕਿਵੇਂ ਰੁਪਇਆ ਕਮਾਇਆ ਜਾਂਦਾ ਹੈ, ਕਿਵੇਂ ਰੁਪਇਆ ਖਰਚ ਕੀਤਾ ਜਾਂਦਾ ਹੈ,
ਕਿਵੇਂ ਰੁਪਏ ਨੂੰ ਸੰਚਨ ਕਰਕੇ ਬਚਾਇਆ ਜਾਂਦਾ ਹੈ, ਇਹਦੀਆਂ ਵਿਆਖਿਆਵਾਂ ਅਰਥ ਸ਼ਾਸਤਰੀ ਬਾਜ਼ਾਰਾਂ 'ਚ ਬੈਠੇ ਕਰਦੇ ਨੇ। ਮੁਬਾਰਕ ਵੀ ਕਰਨੀ ਚਾਹੀਦੀ, ਉਹਨਾਂ ਦੀ ਡਿਊਟੀ ਉਹਨਾਂ ਦੀ। ਇੱਥੇ ਬੈਠ ਕੇ ਨਾਮ ਧਨ ਸਾਚਾ ਧਨ ਸੰਚਨ ਕਰਨਾ ਹੈ, ਉਹਦੀ ਵਿਆਖਿਆ ਕਰਨੀ ਹੈ, ਸਮਝਣਾ ਹੈ ਅਸੀਂ ਕੀ ਕਰੀਏ ਤਾਂ ਕਿ ਸਾਨੂੰ ਵੱਧ ਤੋਂ ਵੱਧ ਸੱਚ ਪ੍ਰਾਪਤ ਹੋ ਸਕੇ। ਅਤੇ ਅੱਜ ਗੁਰੂ ਪਾਤਸ਼ਾਹ ਇਸੇ ਗੱਲ ਦੀ ਸਾਨੂੰ ਸਮਝ ਪਏ, ਜਿਸ ਧਨ ਸੱਚੇ ਅੰਮ੍ਰਿਤ ਨੂੰ ਪ੍ਰਾਪਤ ਕਰਨ ਲਈ ਸੰਸਾਰ ਦੀ ਯਾਤਰਾ ਕਰ ਰਹੇ ਹੋ, ਵਿਚਰ ਰਹੇ ਹੋ, ਉਹ ਇੱਦਾਂ ਤੁਰਿਆ ਫਿਰਿਆ ਇਕੱਲਿਆਂ ਨਹੀਂ ਜੇ ਮਿਲਣਾ, ਇਹ ਗੁਰੂ ਪਾਤਸ਼ਾਹ ਮਿਲਣਾ ਜੀ, ਗੱਲਾਂ ਬਾਤਾਂ ਨਹੀਂ ਜੀ ਮਿਲਣਾ। ਇਸ ਕਰਕੇ ਜਿਸ ਜਲ ਨਿਧ ਕਾਰਨ ਤੁਮ ਜਾ ਕੇ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਭਾਈ ਜਿਸ ਨੂੰ ਪ੍ਰਾਪਤ ਕਰਨ ਲਈ ਆਏ ਹੋ ਉਹ ਗੁਰੂ ਕੋਲੋਂ ਮਿਲਦਾ ਜੀ। ਅਤੇ ਗੁਰੂ ਕੋਲੋਂ ਉਸ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਕੀ ਕਰਨਾ ਪਏਗਾ, ਸਾਨੂੰ ਤਾਂ ਇਸ ਗੱਲ ਦੀ ਚਰਚਾ ਕਰਨੀ ਪਈ। ਮਿਲਦਾ ਤਾਂ ਹੈ, ਪਤਾ ਤਾਂ ਹੈ ਵੀ ਉੱਥੇ ਮਿਲਦਾ ਹੈ, ਪਰ ਮੈਨੂੰ ਕੀ ਕਰਨਾ ਪਏਗਾ ਤਾਂ ਕਿ ਮੈਨੂੰ ਉਹ ਵਸਤੂ ਪ੍ਰਾਪਤ ਹੋ ਜਾਏ। ਅਤੇ ਮਹਾਰਾਜ ਕਹਿੰਦੇ ਕਿ ਪਹਿਲਾ ਕੰਮ ਕਰਨਾ, ਛੋਡੋ ਵੇਸ਼ ਭੇਖ ਚਤੁਰਾਈ। ਜਿਵੇਂ ਸੰਸਾਰ ਵਿੱਚ ਇਹ ਪਤਾ ਹੁੰਦਾ ਉੱਥੇ ਜਾ ਕੇ ਤਰੱਕੀ ਮਿਲਦੀ ਹੈ, ਉੱਥੇ ਧਨ ਕਮਾਇਆ ਜਾਂਦਾ ਹੈ, ਅਤੇ ਕੀ ਅਸੀਂ ਸੰਸਾਰ ਵਿੱਚ ਇੱਕ ਦੂਜੇ ਨੂੰ ਕਹਿੰਦੇ ਭਾਈ ਉੱਥੇ ਜਾਣਾ ਅਤੇ ਆਹ ਕਰਨਾ ਪੈਣਾ, ਤੈਨੂੰ ਘਰੋਂ ਬਾਹਰ ਜਾਣਾ ਪੈਣਾ, ਇਕੱਲਿਆਂ ਰਹਿਣਾ ਪੈਣਾ, ਇੰਤਜ਼ਾਮ ਕਰਨੇ ਪੈਣੇ ਨੇ। ਆ ਬਹੁਤ ਸਾਰੇ ਬੱਚੇ ਚੰਗੀਆਂ ਜਮਾਤਾਂ ਪਾਸ ਕਰਕੇ ਦੂਰ ਦੁਰਾਡੇ ਮਾਪਿਆਂ ਤੋਂ ਪਰਿਵਾਰਾਂ ਤੋਂ ਦੂਰ ਇਕੱਲੇ ਬੈਠੇ ਨੇ। ਪੁੱਛੀ ਕਿਉਂ ਬੈਠੇ ਹੋ? ਕਹਿੰਦੇ ਜੀ ਕੈਰੀਅਰ ਦਾ ਸਵਾਲ ਹੈ, ਧਨ ਕਮਾ ਰਹੇ, ਕੈਰੀਅਰ ਬਣਾ ਰਹੇ, ਆਪਣਾ ਜ਼ਿੰਦਗੀ ਬਣਾ ਰਹੇ। ਠੀਕ ਹੈ ਭਾਈ, ਬਹੁਤ ਚੰਗੀ ਗੱਲ ਹੈ। ਅਤੇ ਫਿਰ ਉਹਨਾਂ ਨੂੰ ਦੱਸਣਾ ਪੈਂਦਾ ਨਾ ਭਾਈ ਇਕੱਲਿਆਂ ਰਹਿਣਾ ਪੈਂਦਾ, ਸਿੱਖਣਾ ਪੈਣਾ ਸਭ ਕੁਝ ਤੁਹਾਨੂੰ। ਇਸੇ ਤਰ੍ਹਾਂ ਅਸਾਂ ਨੇ ਇੱਥੇ ਬੈਠੇ ਵਾਲਿਆਂ ਨੇ ਸੱਚ ਪ੍ਰਾਪਤ ਕਰਨਾ ਹੈ ਅਤੇ ਕੀ ਕਰਨਾ ਪਏਗਾ। ਮਹਾਰਾਜ ਕਹਿੰਦੇ ਪਹਿਲੀ ਸ਼ਰਤ ਇਹ ਹੈ ਕਿ ਤੁਸੀਂ ਇੱਥੇ ਇੱਕ ਦੂਜੇ ਦੇ ਵਿਖਾਵਿਆਂ ਦਾ, ਲੀੜਿਆਂ ਕੱਪੜਿਆਂ ਦਾ ਵੇਸ਼ ਭੇਖ ਦਾ ਚੱਕਰ ਛੱਡ ਦਿਓ। ਇਹ ਨਾ ਮਤ ਸਮਝਣਾ ਕਿ ਇੱਦਾਂ ਦੇ ਕੱਪੜੇ ਪਾ ਕੇ ਹੀ ਰੱਬ ਮਿਲਦਾ ਜੀ। ਪਹਿਲੀ ਗੱਲ ਤਾਂ ਇਹ ਛੱਡ ਦਿਓ ਕਿ ਇੱਦਾਂ ਦੇ ਲਿਬਾਸ ਪਾਵਾਂਗੇ ਤਾਂ ਰੱਬ ਮਿਲੇਗਾ। ਅੱਜ ਜਿਵੇਂ ਸਾਡੇ ਬਹੁਤ ਸਾਰੇ ਲੋਕ ਸਦੀਆਂ ਤੋਂ ਇਸੇ ਚੱਕਰ 'ਚ ਉਲਝੇ ਪਏ ਨੇ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੂੰ ਦੇਖੋ ਨਾ, ਬੜੇ ਵੱਡੇ ਬੰਦੇ, ਤੁਸੀਂ ਜੋਗੀ ਬਣ ਜਾਓ, ਜੋਗੀ ਬਣ ਜਾਓ। ਬੜੇ ਵੱਡੇ ਲੋਕ ਇਸੇ ਹੀ ਚੱਕਰ 'ਚ ਪਏ ਰਹੇ ਕਿ ਕਿਵ ਦਰਸ਼ਨ ਇਹ ਲੇਵੇ ਬਾਲਾ, ਕਿਉਂਕਿ ਉਹਨਾਂ ਦੀ ਉਮਰਾਂ ਵੱਡੀਆਂ ਸਨ। ਗੁਰੂ ਨਾਨਕ ਸਾਹਿਬ ਜੀ ਤੋਂ ਬੜੇ ਵਡੇਰੀਆਂ ਉਮਰਾਂ ਦੇ ਸਨ, ਵੀ ਬਸ ਕਿਵੇਂ ਇਹ ਜੋਗੀ ਬਣ ਜਾਏ, ਸਾਡੇ ਪੰਥ ਵਿੱਚ ਆ ਜਾਏ। ਸਾਰੀ ਉਮਰ ਉਹਨਾਂ ਨੇ ਇਹੀ ਜ਼ੋਰ ਲਾ ਰੱਖਿਆ, ਜੋਗੀ ਬਣ ਜਾਓ, ਜੋਗੀ ਬਣ ਜਾਓ। ਅਤੇ ਜੋਗੀ ਬਣਨ ਲਈ ਕੀ ਕਰਨਾ ਪੈਣਾ? ਵੀ ਸਿਰ ਸਵਾਹ ਪਾਉਣੀ ਪੈਣੀ ਹੈ, ਕੰਨਾਂ 'ਚ ਮੁੰਦਰਾਂ ਪਾਉਣੀ ਪੈਣੀ ਹੈ, ਭਗਵੇ ਪਾਉਣੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਇਹ ਪਾਖੰਡ ਮੈਂ ਨਹੀਂ ਜੇ ਕਰ ਸਕਦਾ। ਅੱਜ ਵੀ ਲੋਕ ਇਹੀ ਜ਼ੋਰ ਲਾ ਰਹੇ ਨੇ, ਸਦੀਆਂ ਤੋਂ ਜ਼ੋਰ ਲੱਗ ਰਹੇ, ਸਾਡੇ ਵਰਗੇ ਕੱਪੜੇ ਪਾ ਲਓ, ਸਾਡੇ ਵਰਗੇ ਚੋਲੇ ਪਾ ਲਓ, ਸਾਡੇ ਭਗਵੇ ਪਾ ਲਓ, ਨੀਲੇ ਪਾ ਲਓ, ਕਾਲੇ ਪਾ ਲਓ, ਚਿੱਟੇ ਪਾ ਲਓ, ਆਹ ਪਾ ਲਓ, ਇਹੋ ਜਿਹੇ ਕੱਪੜੇ ਪਾ ਲਓ, ਇਹੋ ਜਿਹੇ ਰੰਗ ਪਾ ਲਓ। ਦੁਨੀਆ ਇਸੇ ਚੱਕਰ 'ਚ ਉਲਝ ਕੇ ਰਹਿ ਗਈ ਹੈ। ਗੁਰੂ ਨਾਨਕ ਜੀ ਕਹਿੰਦੇ ਨਾ ਭਾਈ, ਜੇ ਤੁਸੀਂ ਸੱਚ ਪ੍ਰਾਪਤ ਕਰਨਾ ਹੈ ਤਾਂ ਇਸ ਤਰ੍ਹਾਂ ਨਹੀਂ ਜਾਏ। ਨਹੀਂ ਤੇ ਜੇ ਕਿਹਾ ਜਾਏ ਕਿ ਇਹੋ ਜਿਹੇ ਕੱਪੜੇ ਪਾ ਕੇ ਪਰਮਾਤਮਾ ਮਿਲਦਾ, ਅਤੇ ਸੰਸਾਰ ਦੇ ਗਿਆਨੀ ਹੰਸ ਨੂੰ ਬਹੁਤ ਪਵਿੱਤਰ ਮੰਨਦੇ ਨੇ। ਪਕਸ਼ੀ ਮੰਡਲ ਵਿੱਚੋਂ ਹੰਸ ਨੂੰ ਉੱਤਮ ਕਿਹਾ ਜਾਂਦਾ, ਪਰ ਹੰਸ ਦਾ ਰੰਗ ਚਿੱਟਾ ਹੁੰਦਾ ਨਾ, ਪਾਣੀਆਂ 'ਚ ਰਹਿੰਦਾ ਹੈ ਨਾ, ਅਤੇ ਬਗਲਾ ਵੀ ਤਾਂ ਉੱਥੇ ਹੀ ਰਹਿੰਦਾ ਹੈ, ਉਹਨਾਂ ਪਾਣੀਆਂ 'ਚ ਹੀ ਰਹਿੰਦਾ ਹੈ, ਉਹਦਾ ਰੰਗ ਵੀ ਤਾਂ ਚਿੱਟਾ ਹੀ ਹੈ। ਕੀ ਹੁਣ ਬਗਲਾ ਵੀ ਤਾਂ ਹੰਸ ਥੋੜ੍ਹਾ ਬਣ ਜਾਏਗਾ? ਨਹੀਂ। ਇਹੋ ਜਿਹੇ ਲਿਬਾਸਾਂ ਦੇ ਨਾਲ ਭੁਲੇਖੇ ਲੱਗ ਸਕਦੇ ਨੇ ਕੁਝ ਸਮੇਂ ਲਈ। ਜਦ ਜੇਕਰ ਆਪਾਂ ਪਿੱਛੇ ਵੱਡਾ ਹੰਸ ਪੜ੍ਹ ਚੁੱਕੇ, ਮੈਂ ਜਾਣਿਆ ਵੱਡਾ ਹੰਸ ਹੈ, ਤਾਂ ਮੈਂ ਕੀ ਆਸਾਂਗਾ ਵੀ ਕੋਈ ਹੰਸ ਦੇ ਦਰਸ਼ਨ ਕਰਨ ਆਇਆ, ਹੰਸ ਨਹੀਂ ਮਿਲਿਆ ਅਤੇ ਅੱਗੇ ਬਗਲਾ ਮਿਲ ਗਿਆ, ਅਤੇ ਭੁਲੇਖਾ ਲੱਗ ਸਕਦਾ ਵੀ ਸ਼ਾਇਦ ਇਹ ਹੰਸ ਹੋਏਗਾ। ਭੁਲੇਖਾ ਜਿਹਨੂੰ ਗਿਆਨ ਨਹੀਂ, ਅਗਿਆਨੀ ਵਿਅਕਤੀ ਨੂੰ ਭੁਲੇਖਾ ਲੱਗ ਸਕਦਾ ਹੈ। ਅਤੇ ਇੰਝ ਕਹਿ ਸਕੀਏ ਕਿ ਆ ਜਿਤਨੇ ਲਿਬਾਸ ਧਾਰੀ ਲੋਕ ਨੇ, ਇਹ ਅਗਿਆਨੀ ਲੋਕਾਂ ਨੂੰ ਆਪਣੇ ਮਗਰ 'ਤੇ ਲਾ ਸਕਦੇ ਨੇ। ਅਗਿਆਨੀ ਲੋਕ ਤਾਂ ਇਹਨਾਂ ਦੇ ਚੱਕਰਾਂ 'ਚ ਫਸ ਸਕਦੇ ਨੇ, ਗਿਆਨੀ ਨਹੀਂ, ਕਿਉਂਕਿ ਉਹਨੂੰ ਪਤਾ ਹੈ ਕਿ ਇਹ ਬਗਲੇ ਨੇ, ਇਹ ਹੰਸ ਨਹੀਂ ਗੇ। ਸ਼ੇਰ ਦੀ ਖਲ 'ਤੇ ਖੋਤੇ 'ਤੇ ਵੀ ਪਾਈ ਜਾ ਸਕਦੀ ਨਾ। ਔਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਸ਼ਮੇਸ਼ ਨੇ ਪਾ ਕੇ ਇਹ ਕੌਤਕ ਵਰਤਾ ਕੇ ਦੱਸ ਦਿੱਤਾ ਸੀ, ਮਤ ਖਿਆਲ ਕਰਨਾ ਵੀ ਤੁਸੀਂ ਸ਼ੇਰ ਦੀ ਖਲ ਪਾ ਲਈ, ਤੁਸੀਂ ਸ਼ੇਰ ਬਣ ਗਏ। ਨਹੀਂ,
ਤੁਸੀਂ ਆਪਣੇ ਅੰਦਰ ਨੂੰ ਬਦਲਣਾ। ਪਹਿਲੀ ਸ਼ਰਤ ਹੈ ਛੋਡੋ ਵੇਸ ਭੇਖ ਚਤੁਰਾਈ। ਦੂਜੀ ਸ਼ਰਤ ਚਤੁਰਾਈ ਛੱਡ ਦਿਓ। ਆਪਾਂ ਘਰ ਪਰਿਵਾਰ ਹਰ ਥਾਂ 'ਤੇ ਚਲਾਕੀਆਂ ਚਲਾਕੀਆਂ ਚਲਾਕੀਆਂ, ਆਪਣੇ ਸਮਾਜ ਵਿੱਚ, ਪਰਿਵਾਰ ਵਿੱਚ, ਧਰਮ 'ਚ, ਮੰਦਰਾਂ 'ਚ, ਗੁਰਦੁਆਰਿਆਂ 'ਚ, ਹਰ ਥਾਂ 'ਤੇ ਚਲਾਕੀਆਂ। ਮਹਾਰਾਜ ਕਹਿਣ ਲੱਗੇ ਠੀਕ ਹੈ, ਚਲਾਕੀਆਂ ਕਰਕੇ ਕੁਝ ਸਮੇਂ ਲਈ ਆਪਣੇ ਕੰਮ ਸਾਰੋਗੇ, ਪਰ ਅਲਟੀਮੇਟ ਜੋ ਪ੍ਰਾਪਤ ਕਰਨ ਲਈ ਬੈਠੇ ਹੋ ਉਹ ਨਹੀਂ ਮਿਲੇਗਾ। ਸਿਰੋਪਾਅ ਮਿਲ ਜਾਏਗਾ, ਇੱਥੇ ਹੋਰ ਕੁਝ ਨਹੀਂ ਮਿਲੇਗਾ। ਇਸ ਕਰਕੇ ਚਤੁਰਾਈ ਦੁਬਿਧਾ ਇਹ ਫਲ ਨਾ ਹੀ ਜੀਓ। ਅਤੇ ਜੇ ਦੁਬਿਧਾ ਪੈਦਾ ਕਰਦੇ ਹਾਂ, ਭੁਲੇਖੇ ਪੈਦਾ ਕਰਦੇ ਹਾਂ, ਅਤੇ ਭੁਲੇਖਿਆਂ ਦੇ ਵਿੱਚ ਰਹਿੰਦੇ ਹਾਂ। ਕਿਉਂਕਿ ਜੋ ਵਿਅਕਤੀ ਭੁਲੇਖੇ ਪੈਦਾ ਕਰਦਾ ਨਾ, ਅਸਲ ਵਿੱਚ ਉਹ ਆਪ ਖੁਦ ਭੁਲੇਖੇ ਦੇ ਵਿੱਚ ਹੁੰਦਾ ਹੈ। ਜੋ ਚਲਾਕੀਆਂ ਕਰਦਾ ਖੁਦ ਭੁਲੇਖੇ 'ਚ ਹੁੰਦਾ, ਉਹਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਸਹੀ ਤਰੀਕੇ ਦੇ ਨਾਲ ਕੁਝ ਮਿਲੇਗਾ। ਇਸ ਕਰਕੇ ਉਹ ਝੂਠ, ਫਰੇਬ, ਛਲ, ਕਪਟ ਕਰਦਾ। ਅੱਜ ਜਿਤਨੇ ਇਹੋ ਜਿਹੇ ਲੋਕ ਨੇ, ਇਹਨਾਂ ਨੂੰ ਅੰਦਰ ਖਾਤੇ ਪਤਾ ਹੈ ਕਿ ਮੈਂ ਗਲਤ ਕਰ ਰਿਹਾ, ਪਰ ਫਿਰ ਵੀ ਕਰਦਾ ਹੈ। ਅਤੇ ਮਹਾਰਾਜ ਕਹਿਣ ਲੱਗੇ ਦੁਬਿਧਾ ਇਹ ਫਲ ਨਾ ਹੀ ਜੀਓ। ਦੁਬਿਧਾਵਾਂ ਦੇ ਵਿੱਚ ਰਹਿਣ ਦੇ ਨਾਲ ਅੰਮ੍ਰਿਤ ਫਲ ਨਹੀਂ ਜੇ ਮਿਲਣਾ। ਇਸ ਕਰਕੇ ਮਨ ਰੇ ਥਿਰ ਰਹੋ, ਟਿਕ ਜਾਓ ਆਪਣੇ ਆਦਰਸ਼ ਦੇ, ਆਪਣੇ ਲਈ ਜਿੱਥੇ ਵੀ ਟਿਕਿਓ ਟਿਕ ਜਾਓ। ਗੁਰੂ ਨਾਨਕ ਨੇ ਕਦੇ ਇਹ ਨਹੀਂ ਕਿਹਾ ਵੀ ਤੁਸੀਂ ਕੀ ਕਰਨਾ ਹੀ, ਜਿਸ ਤਰ੍ਹਾਂ ਵੀ ਕਰਦੇ ਹੋ ਕਰੀ ਜਾਓ, ਟਿਕ ਜਾਓ। ਜੋ ਵੀ ਤੁਸੀਂ ਇੱਕ ਵਾਰ ਚੁਣ ਲਿਆ ਚੁਣ ਲਓ, ਅਤੇ ਜੋ ਚੁਣ ਲਿਆ ਜੇ ਉਹ 'ਤੇ ਟਿਕ ਜਾਓ। ਅੱਜ ਬਾਵਨ ਬਾਣੀ ਪੜਾਂਗੇ ਤਾਂ ਉੱਥੇ ਜ਼ਿਕਰ ਮਿਲੇਗਾ, ਨਾਮ ਮਿਲੇਗਾ ਭਰਥਰੀ ਦਾ। ਭਰਥਰੀ ਦਾ ਜ਼ਿਕਰ ਗੁਰਬਾਣੀ 'ਚ ਬੜਾ ਜ਼ਿਕਰ ਕੀਤਾ। ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੇ। ਇਹਨਾਂ ਦੇ ਜ਼ਿਕਰ ਲੈ ਲੈ ਕੇ ਮਹਾਰਾਜ ਨੇ ਸੰਵਾਦ ਕੀਤੇ ਨੇ। ਇਹਨਾਂ ਦੇ ਜਾਨਸ਼ੀਨਾਂ ਦੇ ਨਾਲ ਮਹਾਰਾਜ ਦੀ ਮੁਲਾਕਾਤਾਂ ਹੋਈਆਂ ਨੇ, ਬਚਨ ਵਿਲਾਸ ਹੋਏ ਨੇ। ਉਹਨਾਂ ਨੇ ਪੁੱਛਿਆ ਸੀ ਬਾਬਾ ਜੇ ਇੱਦਾਂ ਨਹੀਂ ਮਿਲਦਾ ਤਾਂ ਕੀ ਫਿਰ ਅਸੀਂ ਵਾਪਸ ਆ ਜਾਈਏ, ਕਿਸੇ ਲਿਬਾਸ ਬਦਲ ਲਈਏ, ਛੱਡ ਦਈਏ ਸਭ ਕੁਝ? ਸਤਿਗੁਰੂ ਨੇ ਕਿਹਾ ਨਹੀਂ, ਤੁਸੀਂ ਹੁਣ ਜੋਗੀ ਬਣ ਚੁੱਕੇ ਹੋ ਨਾ। ਜੋਗੀ ਬਣ ਕੇ ਤੁਸੀਂ ਵਾਪਸ ਘਰ ਜਾਓਗੇ ਅਤੇ ਤੁਹਾਨੂੰ ਘਰਦਿਆਂ ਨੇ ਹੀ ਸਵੀਕਾਰ ਨਹੀਂ ਕਰਨਾ। ਤੁਸੀਂ ਇੱਕ ਵਾਰ ਜੋਗੀ ਬਣ ਕੇ ਕੰਨ ਪਾੜ ਕੇ ਚਲੇ ਗਏ, ਸਮਾਜ ਵਿੱਚ ਚਲੇ ਗਏ ਹੋ। ਇੱਕ ਵਾਰ ਤੁਸੀਂ ਘਰ-ਬਾਰ ਛੱਡ ਕੇ ਪਹਾੜਾਂ ਜੰਗਲਾਂ 'ਤੇ ਚਲੇ ਗਏ ਹੋ, 10-20 ਸਾਲ ਉੱਥੇ ਲਾ ਆਏ ਹੋ। ਹੁਣ ਘਰ ਜਾਓਗੇ, ਹੁਣ ਘਰ ਜਾ ਕੇ ਵੀ ਤੁਹਾਡੀ ਇੱਜ਼ਤ ਨਹੀਂ ਜਿਉਣੀ। ਹੁਣ ਚੰਗਾ ਹੈ ਤੁਸੀਂ ਇੱਥੇ ਬੈਠੇ ਆਪਣੇ ਕਰਮ ਨੂੰ, ਆਪਣੇ ਕਰਤੱਵ ਨੂੰ ਠੀਕ ਢੰਗ ਨਾਲ ਕਰੋ ਤਾਂ ਕਿ ਤੁਸੀਂ ਤਰੱਕੀਆਂ ਕਰ ਸਕੋ। ਸਾਨੂੰ ਇਸੇ ਕਰਕੇ ਗੁਰੂ ਨਾਨਕ ਨੇ ਆਪਣੇ ਪਿਆਰੇ ਗੁਰਸਿੱਖਾਂ ਨੂੰ ਕਿਸੇ ਵੀ ਭੇਖ ਲਿਬਾਸ ਚੱਕਰਾਂ 'ਚ ਨਹੀਂ ਪਾਇਆ। ਭਈ ਆਪਣਾ ਸਧਾਰਨ ਕਿਰਤੀ ਲਿਬਾਸ ਜੋ ਸਮੇਂ ਮੁਤਾਬਕ ਪਾਓ ਰਹੋ, ਅਤੇ ਜੋ ਸਮੇਂ ਮੁਤਾਬਕ ਖਾਓ ਹੰਡਾਓ, ਪਰ ਕਿਰਤ ਕਰਦਿਆਂ ਰੱਬ ਦਾ ਨਾਮ ਜ਼ਰੂਰ ਜਪਿਓ। ਮਨ ਰੇ ਥਿਰ ਰਹੋ ਮਤ ਕਤ ਜਾਹੇ ਜੀਓ। ਮਤਾਂ ਕਿਤੇ ਤੂੰ ਫਿਰ ਦੁਬਾਰਾ ਭਟਕ ਜਾਏ। ਇੱਕ ਵਾਰ ਕਿਸੇ ਚੀਜ਼ ਨੂੰ ਅਪਣਾ ਲੈਣਾ, ਇੱਕ ਵਾਰ ਸੰਕਲਪ ਲੈ ਲੈਣਾ, ਪਰ ਸੰਕਲਪ ਲੈਣ ਤੋਂ ਪਹਿਲਾਂ ਸੋਚ ਸਮਝ ਕੇ ਸੰਕਲਪ ਲੈਣਾ। ਸਿਆਣੇ ਕਹਿੰਦੇ ਨੇ ਇੱਕ ਵਾਰ ਕਿਸੇ ਨੂੰ ਗੁਰੂ ਚੁਣ ਲੈਣਾ ਨਾ, ਫਿਰ ਛੱਡਣਾ ਨਹੀਂ। ਸੰਕਲਪ ਲੈਣਾ ਚੁਣ ਕੇ, ਸੁਣ ਕੇ, ਸੋਚ ਕੇ, ਸਮਝ ਕੇ, ਪਰ ਫਿਰ ਸੰਕਲਪ ਤਿਆਗਣਾ ਮੂਰਖਤਾ ਹੁੰਦੀ ਹੈ। ਅਸੀਂ ਬਹੁਤ ਸਾਰੇ ਜੀ ਬਿਨਾਂ ਸੋਚਿਆਂ ਸਮਝਿਆ ਹੋਸ਼ੋ ਹਵਾਸ ਤੋਂ ਵੱਡੇ ਵੱਡੇ ਸੰਕਲਪ ਲੈ ਲੈਂਦੇ ਹਾਂ, ਫਿਰ ਉਹ ਹੰਡਦੇ ਨਹੀਂ, ਅਤੇ ਫਿਰ ਕੁਝ ਦਿਨਾਂ ਬਾਅਦ ਅਸੀਂ ਫਿਰ ਭਟਕੇ ਫਿਰਦੇ। ਇਸ ਕਰਕੇ ਮਤ ਕਤ ਜਾਹੀ ਜੀਓ। ਮਤਾਂ ਤੂੰ ਅੱਜ ਇੱਥੇ ਤੇ ਕੱਲ੍ਹ ਕਿਤੇ ਹੋਰ ਤੁਰਿਆ ਫਿਰਦਾ ਹੋਵੇ ਨਹੀਂ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਭਲਿਆ ਬਾਹਰ ਨਾ ਭਟਕੀ, ਤੇਰੇ ਹਿਰਦੇ ਵਿੱਚ ਸਭ ਕੁਛ ਘਰ ਮੈਂ, ਬਾਹਰ ਨਹੀਂ। ਬਾਹਰ ਟੋਲੇ ਸੋ ਪਰਮ ਭੁਲਾਹੀ। ਇਸ ਕਰਕੇ ਤੂੰ ਟਿਕਿਆ ਰਹਿ। ਮਹਾਰਾਜ ਕੀ ਕਰਾਂ ਫਿਰ? ਟਿਕ ਕੇ ਕਿੱਦਾਂ? ਟਿਕਿਆ ਨਹੀਂ ਜਾਂਦਾ। ਅਸੀਂ ਅੱਜ ਸਾਰੇ ਕੀ ਕਰੀਏ? ਮਨ ਨਹੀਂ ਟਿਕਦਾ। ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਪਾਠ ਕਰਦੇ ਹਾਂ, ਪਰ ਕੀ ਕਰੀਏ? ਮਨ ਨਹੀਂ ਟਿਕਦਾ। ਸਾਡੇ ਬਹੁਤੇ ਜੀ ਤੇ ਟਿਕ ਕੇ ਬਹਿ ਹੀ ਨਹੀਂ ਸਕਦੇ। ਮਨ ਤੇ ਵੱਡੀ ਗੱਲ ਹੈ। ਸਾਨੂੰ ਕੋਈ ਕਹਿ ਦੇ ਵੀ ਇੱਥੇ ਤੂੰ ਅੱਧਾ ਪੌਣਾ ਘੰਟਾ ਟਿਕ ਕੇ ਬੈਠਾ ਰਹੇ, ਅਸੀਂ ਉਸ ਅੱਧੇ ਪੌਣੇ ਘੰਟੇ ਵਿੱਚ 50 ਵਿੱਚ ਬਾਹਰ ਸੱਜੇ ਖੱਬੇ ਝਾਕਦੇ ਹਾਂ। ਅਸੀਂ ਤਾਂ 25-30 ਮਿੰਟ ਚੁੱਪ ਕਰਕੇ ਅੱਖਾਂ ਮੀਟ ਕੇ ਬਹਿ ਵੀ ਨਹੀਂ ਪਾ ਰਹੇ। ਕੀ ਕਰੀਏ? ਕਹਿਣ ਲੱਗੇ ਸਭ ਤੋਂ ਪਹਿਲਾਂ ਅਵਗੁਣ ਛੋੜ। ਸਭ ਤੋਂ ਪਹਿਲਾਂ ਤੈਨੂੰ ਪਤਾ ਹੈ ਕਿ ਮੇਰੇ 'ਚ ਕਿਹੜੀਆਂ ਗਲਤੀਆਂ ਨੇ, ਕੋਈ ਦੂਸਰਾ ਦੱਸੇ ਉਸ ਤੋਂ ਪਹਿਲਾਂ ਆਪਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਅਤੇ ਜਦੋਂ ਆਪਣੇ ਬਾਰੇ ਸੋਚਾਂਗੇ ਸਾਨੂੰ ਕੁਛ ਤਾਂ ਪਤਾ ਲੱਗੇਗਾ ਨਾ, 2-4 ਗੱਲਾਂ ਤਾਂ ਆਪਣੀਆਂ ਪਤਾ ਲੱਗੇਗਾ ਨਾ ਵੀ ਆਹ ਆਦਤ ਮੇਰੀ ਮਾੜੀ ਹੈ, ਆਹ ਮੇਰੀ ਗਲਤ ਆਦਤ ਹੈ, ਇਹ ਮੇਰਾ ਗਲਤ ਵਿਵਹਾਰ ਹੈ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਾਂ ਅਵਗੁਣ ਛੋੜ।
ਜਿਹੜੀਆਂ ਗਲਤੀਆਂ ਨੇ, ਅਵਗੁਣਾਂ ਦਾ ਆਦੀ ਹੋ ਗਏ, ਅਵਗੁਣ ਛੱਡ ਦੇ। ਅਵਗੁਣ ਛੋੜ ਮਹਾਰਾਜ, ਫਿਰ ਕੀ ਕਰਾਂ? ਗੁਣਾਂ ਕੋ ਧਾਵੋ, ਛੇਤੀ ਕਰ ਗੁਣ ਗ੍ਰਹਿਣ ਕਰ। ਸਾਂਝ ਕਰੀ ਜਾਏ ਗੁਣ ਹੈ ਕੇਰੀ, ਛੋੜ ਅਵਗਣ ਚੱਲੀਏ। ਜ਼ਿੰਦਗੀ ਵਿੱਚ ਕਈ ਵਾਰ ਗਲਤੀਆਂ ਹੋ ਜਾਂਦੀਆਂ ਨੇ ਅਤੇ ਅਸੀਂ ਉਸ ਗਿਲਟੀ ਵਿੱਚ ਜੀ ਰਹੇ ਹੁੰਦੇ ਹਾਂ ਕਿ ਹਾਏ ਮੇਰੇ ਤੋਂ ਗਲਤੀ ਹੋ ਗਈ, ਗਲਤੀ ਹੋ ਗਈ। ਮਹਾਰਾਜ ਕਹਿੰਦੇ ਛੱਡ ਦੇ ਉਹਨੂੰ ਉੱਥੇ ਹੀ। ਗਲਤੀ ਅਤੀਤ ਵਿੱਚ ਹੋਈ ਸੀ, ਹੁਣ ਨਹੀਂ ਹੋਈ। ਛੱਡ ਦੇ ਉਹਨੂੰ, ਪਿੱਛੇ ਰਹਿਣ ਦੇ। ਦਰਸ਼ਨ ਵਿੱਚ ਜਦੋਂ ਅਸੀਂ ਫਿਲਾਸਫੀ ਪੜ੍ਹਦੇ ਹਾਂ ਅਤੇ ਉੱਥੇ ਇੱਕ ਗੱਲ ਸਮਝਾਈ ਜਾਂਦੀ ਹੈ ਕਿ ਤੁਸੀਂ ਤੁਰੇ ਜਾਂਦੇ ਹੋ। ਮੰਨ ਲਓ ਤੁਸੀਂ ਕੱਚੀ ਸੜਕ 'ਤੇ ਤੁਰੇ ਜਾਂਦੇ ਹੋ, ਚੱਪਲ ਪਾਈ ਹੈ, ਅਤੇ ਤੁਰਦਿਆਂ ਤੁਰਦਿਆਂ ਤੁਹਾਡੀ ਚੱਪਲ ਨੂੰ ਕੁਝ ਐਸੀ ਗੰਦਗੀ ਲੱਗ ਗਈ ਹੈ ਜਿਸ ਨੂੰ ਲੈ ਕੇ ਤੁਸੀਂ ਚੱਲ ਨਹੀਂ ਸਕਦੇ, ਤਾਂ ਕੀ ਕਰੋਗੇ? ਉੱਥੇ ਰੁਕੇ ਰਹੋਗੇ? ਨਹੀਂ, ਚੱਪਲ ਦਾ ਤਿਆਗ ਕਰ ਸਕਦੇ ਹੋ। ਯਾਤਰਾ ਦਾ ਤਿਆਗ ਮਤ ਕਰੋ, ਆਪਣੀ ਚੱਪਲ ਦਾ ਤਿਆਗ ਕਰ ਦਿਓ, ਕਿਉਂਕਿ ਅੱਗੇ ਜਾ ਕੇ ਤੁਸੀਂ ਦੂਜੀ ਚੱਪਲ ਪ੍ਰਾਪਤ ਕਰ ਸਕਦੇ ਹੋ। ਅੱਗੇ ਜਾ ਕੇ ਤੁਸੀਂ ਦੂਸਰਾ ਵਾਹਨ ਵੀ ਲੈ ਸਕਦੇ ਹੋ, ਤੁਹਾਨੂੰ ਕੋਈ ਹੋਰ ਸਹੂਲਤ ਮਿਲ ਜਾਏਗੀ। ਪਰ ਜੇ ਤੁਸੀਂ ਯਾਤਰਾ ਦਾ ਹੀ ਤਿਆਗ ਕਰ ਦਿੱਤਾ ਤੇ ਤੁਸੀਂ ਰੁਕ ਜਾਓਗੇ, ਯਾਤਰਾ ਨਹੀਂ ਕਰ ਪਾਓਗੇ, ਮੰਜ਼ਿਲ 'ਤੇ ਨਹੀਂ ਪਹੁੰਚ ਪਾਓਗੇ। ਇਸ ਕਰਕੇ ਜੀਵਨ ਯਾਪਨ ਕਰਦੇ ਹਾਂ, ਜੀਵਨ ਯਾਤਰਾ 'ਚ ਕਈ ਵਾਰ ਜਾਣੇ 'ਚ, ਕਈ ਵਾਰ ਅਣਜਾਣੇ 'ਚ ਗਲਤੀਆਂ ਹੋ ਜਾਂਦੀਆਂ ਨੇ। ਉਹਨਾਂ ਨੂੰ ਉੱਥੇ ਤਿਆਗ ਦਿਓ, ਛੱਡ ਦਿਓ। ਮਾੜੇ ਲੋਕਾਂ ਦੀ ਸੰਗਤ ਹੋ ਜਾਂਦੀ ਹੈ, ਉਹਨਾਂ ਦਾ ਜਿੰਨੀ ਛੇਤੀ ਹੋ ਸਕੇ ਤਿਆਗ ਕਰ ਦਿਓ। ਮਹਾਰਾਜ ਕਹਿੰਦੇ ਨੇ, ਜੋ ਪ੍ਰਭ ਕੀ ਭਗਤੀ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਏ। ਉਹਨਾਂ ਤੋਂ ਦੂਰ ਹਟ ਜਾਓ। ਮਹਾਰਾਜ ਕੀ ਕਰੀਏ? ਗੁਣਾਂ ਕੋ ਤਾਵ, ਜਿੱਥੋਂ ਗੁਣ ਮਿਲਦੇ ਹੋਣ ਗੁਣਾਂ ਦੀ ਸਾਂਝ ਕਰੋ, ਗੁਣਾਂ ਨੂੰ ਗ੍ਰਹਿਣ ਕਰੋ। ਅਤੇ ਚੇਤਾ ਰੱਖਣਾ, ਸਾਡੇ ਕੋਲ 5 ਵੱਡੇ ਗੁਣ ਨੇ, ਉਹਨਾਂ ਨੂੰ ਜਿੱਥੋਂ ਹੋ ਸਕੇ, ਜਿਵੇਂ ਹੋ ਸਕੇ ਪ੍ਰਾਪਤ ਕਰੀਏ। ਅਤੇ ਉਹ 5 ਗੁਣ ਨੇ: ਸਤ, ਸੰਤੋਖ, ਦਇਆ, ਧਰਮ ਅਤੇ ਧੀਰਜ। ਇਹਨਾਂ ਗੁਣਾਂ ਨੂੰ ਆਪਣੇ ਅੰਦਰ ਡਿਵੈਲਪ ਕਰੀਏ। ਅਵਗੁਣ ਛੋੜ ਗੁਣਾਂ ਕੋ ਧਾਵੋ। ਧਾਵੋ ਦਾ ਮਤਲਬ ਦੌੜ ਕੇ ਜਾਓ। ਜਿਵੇਂ ਬੱਚੇ ਦੌੜ ਕੇ ਜਾਂਦੇ, ਸਕੂਲੇ ਜਾਣਾ ਦੌੜ ਕੇ ਜਾਣਾ, ਭਾਈ ਸੰਗਤ ਵਿੱਚ ਆਉਣਾ ਭੱਜ ਕੇ ਆਉਣਾ, ਜਿਹਨੂੰ ਪੰਜਾਬੀ 'ਚ ਕਹਿੰਦੇ ਭੱਜ ਕੇ ਜਾਓ। ਗੁਣਾਂ ਨੂੰ ਪ੍ਰਾਪਤ ਕਰਨ ਵਾਸਤੇ ਭੱਜ ਕੇ ਜਾਓ। ਬਾਬਾ ਕਬੀਰ ਕਹਿੰਦੇ ਨੇ, ਕਿੱਦਾਂ ਭੱਜ ਕੇ ਜਾਓ? ਸਾਧੂ ਕੋ ਮਿਲਣੇ ਜਾਈਏ, ਸਾਥ ਨ ਲੀਜੇ ਕੋਏ। ਦਾ ਮਤਲਬ ਇਹ ਨਹੀਂ ਕਿ ਘਰ ਦੇ ਜੀਵਨ ਸਾਥ ਨਹੀਂ, ਜਿੰਨੀ ਛੇਤੀ ਹੋ ਸਕਦਾ ਏ ਤੁਸੀਂ ਸੰਗਤ ਵਿੱਚ ਭੱਜ ਜਾਓ। ਜਿੰਨੀ ਛੇਤੀ ਭੱਜ ਕੇ ਮਿਲੋ। ਅਸੀਂ ਪਿਆਰਿਆਂ ਨੂੰ ਭੱਜ ਕੇ ਮਿਲਦੇ ਆ। ਫਿਰ ਤੀਜੀ ਗੱਲ, ਅਵਗੁਣ ਛੋੜ ਗੁਣਾਂ ਕੋ ਧਾਵੋ। ਕਰ ਅਵਗੁਣ, ਫਿਰ ਗਲਤੀ ਹੋ ਜਾਏ, ਫਿਰ ਕੀ ਕਰੋਗੇ? ਮੰਨ ਲਓ ਇੱਕ ਵਾਰ ਅਸੀਂ ਸੰਕਲਪ ਲਿਆ ਗਲਤੀ ਨਹੀਂ ਕਰਾਂਗੇ, ਪਰ ਆਦਤਾਂ ਸਾਨੂੰ ਫਿਰ ਉਹ ਗਲਤੀ ਦੁਹਰਾਉਣ ਲਈ ਮਜਬੂਰ ਕਰ ਦਿੰਦੀਆਂ ਨੇ। ਔਰ ਅਕਸਰ ਅਸੀਂ ਵੇਖਿਆ ਹੈ, ਉਹਨਾਂ ਗਲਤੀਆਂ ਨੂੰ ਅਸੀਂ ਫਿਰ ਦੁਹਰਾ ਲੈਂਦੇ ਹਾਂ। ਕਹਿਣ ਲੱਗੇ ਫਿਰ ਪਛਤਾ ਹੀ ਜੀ, ਫਿਰ ਤੇ ਪਛਤਾਵਾ ਕਰੋ, ਅਰਦਾਸ ਕਰੋ, ਮਹਾਰਾਜ ਗਲਤੀ ਹੋ ਗਈ, ਦੁਬਾਰਾ ਨਹੀਂ ਕਰਾਂਗੇ। ਸਰ ਅਫਸਰ ਕੀ ਸਾਰ ਨਾ ਜਾਣੇ, ਫਿਰ ਕੂਚ ਬੁਢਾਹੀ ਜੀ ਭਲਿਆ। ਤੂੰ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਪਾ ਰਿਹਾ ਕਿ ਚੰਗਾ ਕੀ ਹੈ ਅਤੇ ਮੰਦਾ ਕੀ ਹੈ। ਇਸੇ ਕਰਕੇ ਤੂੰ ਬਾਰ-ਬਾਰ ਜੀਵਨ ਦੇ ਇਸ ਗੰਦਗੀ 'ਚ ਡੁੱਬ ਜਾਣਾ ਹੈ। ਜੀਵਨ ਚਾਲੇ ਦੁਆਲੇ ਜੋ ਗੰਦਗੀ ਅਤੇ ਵਿਕਾਰਾਂ ਦਾ ਚਿੱਕੜ ਹੈ, ਤੂੰ ਡੁੱਬ ਜਾਣਾ, ਡਿੱਗ ਜਾਣਾ ਹੈ, ਕਿਉਂਕਿ ਤੂੰ ਸਮਝ ਨਹੀਂ ਪਾ ਰਿਹਾ ਕਿ ਕੀ ਠੀਕ ਹੈ ਅਤੇ ਕੀ ਗਲਤ ਹੈ। ਗੁਰਦੇਵ ਕਿਰਪਾ ਕਰਨ ਅਸੀਂ ਸਮਝ ਸਕੀਏ ਸਾਡੇ ਲਈ ਕੀ ਠੀਕ ਹੈ ਅਤੇ ਸਾਡੇ ਲਈ ਕੀ ਗਲਤ ਹੈ। ਅਤੇ ਹਰ ਵਿਅਕਤੀ ਲਈ ਠੀਕ ਅਤੇ ਗਲਤ ਅਲੱਗ-ਅਲੱਗ ਹੋ ਸਕਦੇ ਨੇ। ਥੋੜ੍ਹੇ ਅਸਾਂ ਸਮਝਣ ਦੀ ਕੋਸ਼ਿਸ਼ ਕਰਨੀ। ਗੁਰਦੇਵ ਕਿਰਪਾ ਕਰਨਾ। ਯਤਨ ਕਰੀ ਅੱਜ ਸ਼੍ਰੀ ਸਹਿਜ ਪਾਠ ਜੀ ਕੀ ਸੰਪੂਰਨਤਾ ਦੀ ਬੇਨਤੀ ਸੇਵਕ ਪਰਿਵਾਰ ਵੱਲੋਂ ਆਈ ਹੈ। ਸ਼ਬਦ ਦੀਆਂ ਅਗਲੀਆਂ ਗੱਲਾਂ ਕੱਲ੍ਹ ਬੈਠ ਕੇ ਫਿਰ ਵਾਚਾਂਗੇ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਹੈ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।